ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਇਸ ਵੀਡੀਓ 'ਚ। ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਜਿਹੜਾ ਅਗਲਾ ਮੇਨ ਚੁਣੌਤੀ ਹੈ ਉਹ ਖੇਤਰਵਾਦ ਹੈ। ਖੇਤਰਵਾਦ ਤੇ ਅੱਗੇ ਵਧਦੇ ਹਾਂ। ਇਸ ਵੀਡੀਓ ਦੀ ਸ਼ੁਰੂਆਤ ਮੈਂ ਇੱਕ ਛੋਟੀ ਜੀ कविता के कुछ लाइनों तो करना चाहूँगा। कविता का नाम है कि मैं हिंदुस्तानी कहाँ जाऊँ बताओ कहाँ है मेरा घर। मैं हिंदुस्तानी कहाँ जाऊँ बताओ कहाँ है मेरा घर। ये पंजाब है पंजाबियों का घर, ये महाराष्ट्र मराठियों का घर, ये गुजरात गुजरातियों का घर, ये बंगाल है बंगालियों का घर। मैं हिंदुस्तानी कहाँ जाऊँ बताओ कहाँ है मेरा घर। कवि इस कविता के राही खेतरवाद ਦਾ ਜਿਹੜਾ ਮੇਨ ਮੁੱਦਾ ਹੈ ਉਹਦੇ ਉੱਤੇ ਗੱਲ ਕਰਦਾ ਹੈ ਤੇ ਆਪਾਂ ਹੁਣ ਖੇਤਰਵਾਦ 'ਤੇ ਪੂਰੀ ਤਰੀਕੇ ਨਾਲ ਗੱਲ ਕਰਾਂਗੇ ਇਸ ਵੀਡੀਓ 'ਚ। ਖੇਤਰਵਾਦ ਕੀ ਹੈ? ਖੇਤਰਵਾਦ ਹੈ ਵਿਸ਼ੇਸ਼ ਏਰੀਆ ਨਾਲ, ਖਾਸ ਏਰੀਆ ਨਾਲ ਮੁਹੱਬਤ ਕਰਨਾ, ਪਿਆਰ ਕਰਨਾ ਔਰ ਦੇਸ਼ ਨੂੰ ਅਣਗੌਲੇ ਕਰਨਾ, ਦੇਸ਼ ਤੇ ਪੂਰੇ ਦੇਸ਼ ਨੂੰ ਅਣਗੌਲੇ ਕਰਨਾ। ਠੀਕ ਹੈ, ਕਹਿ ਸਕਦੇ ਹਾਂ ਕਿ DC ਗੁਪਤਾ ਜੀ ਹੈ, ਉਹਨਾਂ ਅਨੁਸਾਰ ਖੇਤਰਵਾਦ ਦਾ ਅਰਥ ਦੇਸ਼ ਦੇ ਮੁਕਾਬਲੇ ਵਿੱਚ ਕਿਸੇ ਵਿਸ਼ੇਸ਼ ਖੇਤਰ ਨਾਲ ਪਿਆਰ ਤੋਂ ਹੈ। ਜਿਵੇਂ ਕਿ ਵਿਦਿਆਰਥੀ ਤੁਹਾਨੂੰ ਮਾਣ ਹੈ ਪੰਜਾਬੀ ਹੋਣ 'ਤੇ, ਹਰਿਆਣੇ ਵਾਲੇ ਨੂੰ ਮਾਣ ਹੈ ਹਰਿਆਣਵੀ ਹੋਣ 'ਤੇ। ਆਪਾਂ ਕਹਿੰਦੇ ਹਾਂ ਅਸੀਂ ਪੰਜਾਬੀ ਹੁੰਦੇ ਹਾਂ ਜੀ, ਅਤੇ ਇਹ ਵੀ ਇੱਕ ਖੇਤਰਵਾਦ ਦਾ ਇੱਕ ਰੂਪ ਹੈ। ਭਾਰਤੀ ਹੋਣਾ ਕਿਤੇ ਨਾ ਕਿਤੇ ਗੁੰਮ ਹੋ ਜਾਂਦਾ ਇਸ ਦੇ ਵਿੱਚ। ਅਤੇ ਇਹ ਖੇਤਰਵਾਦ ਦੀ ਜਿਹੜੀ ਸਮੱਸਿਆ ਹੈ ਸਿਰਫ ਸਾਡੇ ਦੇਸ਼ ਦੀ ਸਮੱਸਿਆ ਨਹੀਂ ਹੈ, ਇਹ ਵਿਸ਼ਵ ਵਿਆਪੀ ਸਮੱਸਿਆ ਹੈ। ਇਸ ਦੇ ਨਾਲ ਮੇਨ ਕਰਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ਨੂੰ ਖਤਰਾ ਪੈਦਾ ਹੁੰਦਾ ਹੈ। ਅਤੇ ਅੱਗੇ ਵਧਦੇ ਹਾਂ, ਪੜ੍ਹਦੇ ਹਾਂ ਇਸ ਚੀਜ਼ ਨੂੰ ਡਿਟੇਲ ਦੇ ਵਿੱਚ। ਖੇਤਰਵਾਦ ਕੀ ਹੈ? ਜਿਵੇਂ ਕਿ ਪਹਿਲੇ ਮੈਂ ਦੱਸਿਆ DC ਗੁਪਤਾ ਜੀ ਅਨੁਸਾਰ ਕਿ ਖੇਤਰਵਾਦ ਦਾ ਅਰਥ ਦੇਸ਼ ਦੇ ਮੁਕਾਬਲੇ ਕਿਸੇ ਵਿਸ਼ੇਸ਼ ਖੇਤਰ ਨਾਲ ਪਿਆਰ ਹੈ ਔਰ ਇਹ ਵਿਸ਼ਵ ਵਿਆਪੀ ਸਮੱਸਿਆ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਇਹ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਸੀਗਾ, ਜਿਸ ਦੇ ਕਾਰਨ 1956 ਦੇ ਵਿੱਚ ਅਤੇ 1966 ਵਿੱਚ ਰੀਆਰਗਨਾਈਜੇਸ਼ਨ ਆਫ ਸਟੇਟ ਜਿਹੜੇ ਹੋਏ ਨੇ, ਇਹ ਇਹਨਾਂ ਚੀਜ਼ਾਂ ਨੂੰ ਹੀ ਮੇਨ ਡਿਮਾਂਡ 'ਚ ਰੱਖਦੇ ਹੋਏ ਸੀਗੇ। ਅਤੇ ਅੱਗੇ ਵਧਦੇ ਆਪਾਂ, ਦੇਖਦੇ ਹਾਂ ਫੋਟੋ ਕੀ ਰਿਪਰੈਜ਼ੈਂਟ ਕਰਦਾ ਹੈ, ਪਿਕਚਰ ਰਿਪਰੈਜ਼ੈਂਟ ਕਰਦਾ ਹੈ ਕਿ ਰੀਜਨਲਿਜ਼ਮ ਨੂੰ। ਦੇਖੋ ਇਹ ਕਸ਼ਮੀਰੀਜ਼, ਉਹ ਕਹਿੰਦਾ ਅਸੀਂ ਕਸ਼ਮੀਰੀ ਹੈਗੇ ਜੀ, ਪੰਜਾਬੀ ਅਸਾਮ ਦੇ ਲੋਕ ਪੂਰਬ ਦੇ ਵਿੱਚ ਦੇਖੋ ਕਹਿੰਦੇ ਅਸੀਂ ਐਸਮੀਜ਼ ਹੈਗੇ, ਅਸੀਂ ਬੰਗਾਲੀ ਹੈਗੇ, ਅਸੀਂ ਉੜੀਆਜ਼ ਹੈਗੇ, ਅਸੀਂ ਤਮਿਲ ਹੈਗੇ ਜੀ, ਤੇਲਗੂ ਹੈਗੇ, ਅਸੀਂ ਕੰਨੜ ਹੈਗੇ, ਅਸੀਂ ਮਰਾਠੀ ਹੈਗੇ, ਅਸੀਂ ਗੁਜਰਾਤੀ ਹੈਗੇ। ਭਾਰਤ ਹੈ ਕਿੱਥੇ? ਹਿੰਦੁਸਤਾਨ ਕਿੱਥੇ ਹੈ? ਵੇਅਰ ਇਜ਼ ਇੰਡੀਆ? ਕੁਐਸਚਨ ਪੈਦਾ ਹੁੰਦਾ ਹੈ। ਅਤੇ ਇਹ ਖੇਤਰਵਾਦ ਦਾ ਰੂਪ ਹੈ। ਰਾਈਟ, ਅੱਗੇ ਚੱਲਦੇ ਹਾਂ ਬੇਟਾ। ਭਾਰਤ ਵਿੱਚ ਖੇਤਰਵਾਦ ਦੇ ਰੂਪ। ਭਾਰਤ ਦੇ ਵਿੱਚ ਖੇਤਰਵਾਦ ਦੇ ਅਲੱਗ ਅਲੱਗ ਰੂਪ ਹੈਗੇ। ਅਗਰ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਦੇਸ਼ ਤੋਂ ਅਲੱਗ ਹੋਣ ਦੀ ਮੰਗ ਵੀ ਇੱਕ ਖੇਤਰਵਾਦ ਦਾ ਇੱਕ ਰੂਪ ਹੈ। ਭਾਰਤ ਦੇਸ਼ ਤੋਂ ਅਲੱਗ ਹੋਣ ਦੀ ਮੰਗ, ਭਾਰਤ ਸੰਘ ਤੋਂ ਅਲੱਗ ਹੋਣ ਦੀ ਮੰਗ। ਅਗਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੰਗ, ਦੇਸ਼ ਤੋਂ ਅਲੱਗ ਹੋਣ ਦੀ ਮੰਗ ਸੀ। ਇਹ ਵੀ ਇੱਕ ਤਰ੍ਹਾਂ ਦਾ ਖੇਤਰਵਾਦ ਦਾ ਰੂਪ ਸੀ ਜਿਹੜਾ ਕਿ ਇੱਕ ਬਹੁਤ ਐਕਸਟ੍ਰੀਮ ਰੂਪ ਧਾਰਨ ਕਰ ਗਿਆ। ਉਸ ਤੋਂ ਬਾਅਦ 1960 ਦੇ ਵਿੱਚ ਦ੍ਰਵਿੜ ਗਣਤੰਤਰ ਦੀ ਮੰਗ ਕਰਦੇ ਸੀਗੇ, ਡ੍ਰੈਵਿਡੀਅਨ ਰਿਪਬਲਿਕ ਦੀ ਮੰਗ ਕਰਦੇ ਪਏ ਸੀਗੇ। ਉਸ ਤੋਂ ਬਾਅਦ ਹੁਣ ਵੀ ਆਪਾਂ ਦੇਖਦੇ ਹਾਂ ਕਿ ਉੱਤਰੀ ਪੂਰਬੀ ਰਾਜਾਂ 'ਚ, ਜਿਨ੍ਹਾਂ 'ਚ ਅਸਾਮ, ਨਾਗਾਲੈਂਡ, ਮਿਜ਼ੋਰਮ, ਇਹ ਸਾਰੇ ਜਿਹੜੀ 7 ਸਟੇਟ ਹੈ, ਇਹਨਾਂ ਏਰੀਆਜ਼ ਦੇ ਵਿੱਚ ਵੀ ਅਲੱਗ ਹੋਣ ਦੀ ਮੰਗ, ਦੇਸ਼ ਤੋਂ ਅਲੱਗ ਹੋਣ ਦੀ ਮੰਗ ਉੱਠਦੀ ਰਹੀ ਹੈ। ਇਹ ਸਾਰਾ ਖੇਤਰਵਾਦ ਦਾ ਬਹੁਤ ਭੈੜਾ ਰੂਪ ਹੈ ਜੋ ਕਿ ਦੇਸ਼ ਦੀ ਅਖੰਡਤਾ, ਏਕਤਾ ਨੂੰ ਤੋੜਨ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਫੀਲਿੰਗਸ ਹੈਗੀਆਂ। ਅੱਗੇ ਹੈ ਵੱਖਰੇ ਰਾਜ ਦੀ ਮੰਗ। ਵੱਖਰੇ ਰਾਜ ਦੀ ਮੰਗ ਤਾਂ ਹਮੇਸ਼ਾ ਹੁੰਦੀ ਰਹਿੰਦੀ ਹੈ। ਕਈ ਕਾਰਨ ਹੈ, ਹੁਣ ਤੱਕ ਵੀ ਹੈ। ਆਪਾਂ ਦੇਖਦੇ ਹਾਂ ਕਿ ਪਿੱਛੇ ਵੀ ਤੇਲੰਗਾਨਾ ਸਟੇਟ ਬਣਿਆ ਅਤੇ ਵੱਖਰੇ ਰਾਜ ਨੂੰ ਕਈ ਵਾਰੀ ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ ਤੋਂ ਵੀ ਦੇਖਿਆ ਜਾਂਦਾ ਹੈ। 1956 ਦੇ ਵਿੱਚ ਭਾਰਤ ਵਿੱਚ ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਗਠਨ ਕੀਤਾ ਗਿਆ ਸੀਗਾ। 1966 ਵਿੱਚ ਵੀ, ਅਤੇ ਇਸ ਵੇਲੇ ਸਾਡੇ ਦੇਸ਼ 'ਚ 28 ਸਟੇਟਸ ਅਤੇ 9 ਜਿਹੜੀਆਂ ਯੂਨੀਅਨ ਟੈਰੀਟਰੀਜ਼ ਹੈਗੀਆਂ, ਤੁਹਾਨੂੰ ਪਤਾ ਹੀ ਹੈ। ਇਸ ਤੋਂ ਇਲਾਵਾ ਅਲੱਗ ਅਲੱਗ ਏਰੀਆਜ਼ ਦੇ ਵਿੱਚ ਵੀ ਡਿਮਾਂਡ ਉੱਠਦੀਆਂ ਰਹਿੰਦੀਆਂ, ਜਿਵੇਂ ਕਿ ਆਸਾਮ ਦੇ ਵਿੱਚ ਬੋਡੋਲੈਂਡ ਅਲੱਗ ਤੋਂ ਮੰਗ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ ਵਿਦਰਭਾ ਏਰੀਆ ਤੋਂ ਅਲੱਗ ਰਾਜ ਦੀ ਮੰਗ ਕਰਦੇ ਹੈ।
ਈਵਨ ਪੱਛਮੀ ਬੰਗਾਲ ਦੇ ਵਿੱਚ ਵੀ ਗੋਰਖਾ ਲੈਣ ਦੀ ਮੰਗ ਕਰਦੇ ਆ ਤੇ ਅਲੱਗ ਰਾਜ ਦੀ। ਹੁਣ ਇਹਨਾਂ ਡਿਮਾਂਡਾਂ ਕਰਕੇ ਹੀ ਔਰ ਅਲੱਗ ਵਿਵਸਥਾ ਕਰਕੇ ਹੀ ਜਿਹੜੀਆਂ ਆਂਧਰਾ ਪ੍ਰਦੇਸ਼ ਨੂੰ ਵੰਡਿਆ, ਉੱਤੋਂ ਤੇਲੰਗਾਨਾ ਨਿਕਲਿਆ, ਉਸ ਤੋਂ ਬਾਅਦ ਬਿਹਾਰ ਦੇ ਵਿੱਚੋਂ ਝਾਰਖੰਡ ਨਿਕਲਿਆ, ਮੱਧ ਪ੍ਰਦੇਸ਼ 'ਚੋਂ ਛੱਤੀਸਗੜ੍ਹ ਤੇ ਯੂਪੀ ਦੇ ਵਿੱਚੋਂ ਉੱਤਰਾਖੰਡ ਵਗੈਰਾ। ਹੁਣ ਪੂਰਨ ਰਾਜ ਦੀ ਮੰਗ ਦੀ ਗੱਲ ਕਰਦੇ ਹਾਂ, ਅਤੇ ਇਹ ਵੀ ਇੱਕ ਕਿਸਮ ਦੀ ਖੇਤਰਵਾਦ ਦਾ ਇੱਕ ਵਿਸ਼ੇਸ਼ ਰੂਪ ਹੈ, ਜਿਸ ਦੇ ਵਿੱਚ ਕਈ ਰਾਜ ਇੱਦਾਂ ਦੇ ਕਿਸੇ ਨੂੰ ਯੂਨੀਅਨ ਟੈਰੀਟਰੀ ਬਣਾਇਆ ਹੈ ਅਤੇ ਉਹ ਕਹਿੰਦੇ ਕਿ ਵੀ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਅਸੀਂ ਇੱਥੇ ਦੇ ਰਹਿਣ ਵਾਲੇ ਲੋਕ ਅਸੀਂ ਆਪਣੇ ਏਰੀਆ ਦਾ ਖਾਸ ਡਿਵੈਲਪ ਅਤੇ ਵਿਕਾਸ ਕਰ ਸਕਦੇ ਹਾਂ। ਪੂਰਨ ਰਾਜ ਦੀ ਗੱਲ ਕਰਦੇ ਹਾਂ, ਅਤੇ ਅੰਡੇਮਾਨ ਨਿਕੋਬਾਰ, ਦਿੱਲੀ ਵਗੈਰਾ ਸਟੇਟਸ ਦੇ ਵਿੱਚ ਪੂਰਨ ਰਾਜ ਦੀ ਮੰਗ ਦੀ ਡਿਮਾਂਡ ਉੱਠਦੀਆਂ ਰਹਿੰਦੀਆਂ ਸਮੇਂ ਸਮੇਂ 'ਤੇ। ਉਸ ਤੋਂ ਬਾਅਦ ਅੰਤਰਰਾਜੀ ਝਗੜੇ ਜਿਹੜੇ ਹੁੰਦੇ ਖਾਸ ਕਰਕੇ ਪਾਣੀ ਦੀ ਵੰਡ ਨੂੰ ਲੈ ਕੇ ਹੁੰਦੇ, ਖੇਤਰਾਂ ਦੀ ਵੰਡ ਨੂੰ ਲੈ ਕੇ, ਬਿਜਲੀ ਦੀ ਵੰਡ ਨੂੰ ਲੈ ਕੇ, ਡੈਮਾਂ 'ਤੇ ਕੰਟਰੋਲ ਆਦਿ ਨੂੰ ਲੈ ਕੇ। ਉਸ ਤੋਂ ਇਲਾਵਾ ਵੀ ਕਈ ਭਾਸ਼ਾ ਨੂੰ ਲੈ ਕੇ ਵੀ ਕਿ ਵੀ ਕੁਛ ਭਾਸ਼ਾ ਜਿਵੇਂ ਕਿ ਪੰਜਾਬ ਦੇ ਵਿੱਚ ਕੁਛ ਹਿੰਦੀ ਸਪੀਕਿੰਗ ਲੋਕ ਹੈਗੇ, ਪਰ ਹਰਿਆਣਾ 'ਚ ਵੀ ਨਾਲ ਕੁਛ ਪੰਜਾਬੀ ਸਪੀਕਿੰਗ ਲੋਕ ਹੈਗੇ, ਜਿਸ ਕਰਕੇ ਇਹ ਜਿਹੜੇ ਅੰਤਰਰਾਜੀ ਝਗੜੇ ਹੁੰਦੇ ਰਹਿੰਦੇ। ਪੰਜਾਬ ਦੇ ਵਿੱਚ ਦਾ ਹਰਿਆਣਾ ਨਾਲ ਪਾਣੀ ਨੂੰ ਵੀ ਲੈ ਕੇ ਵੀ ਝਗੜਾ ਹੁੰਦਾ ਰਹਿੰਦਾ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਵਧੇਰੇ ਖੁਦ ਮੁਖਤਿਆਰੀ ਦੀ ਮੰਗ। ਅਗਰ ਵਧੇਰੇ ਖੁਦ ਮੁਖਤਿਆਰੀ ਦੀ ਮੰਗ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਆ ਜਾਂਦਾ ਕਿ ਵੀ ਸਾਡੇ ਏਰੀਆ ਦੇ ਵਿਕਾਸ ਲਈ ਅਸੀਂ ਜ਼ਿਆਦਾ ਸক্ষਮ ਹੈਗੇ, ਅਸੀਂ ਜ਼ਿਆਦਾ ਕੈਪੇਬਲ ਹੈਗੇ, ਅਤੇ ਇਸ ਲਈ ਸਾਨੂੰ ਜ਼ਿਆਦਾ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਰਾਜਾ ਦਾ ਇਹ ਡਿਮਾਂਡ ਉੱਠਦਾ ਰਹਿੰਦਾ ਹੈ ਕਿ ਵੀ ਧਾਰਾ ਜਿਹੜਾ 356 ਕੇਂਦਰ ਕਈ ਵਾਰੀ ਲਾਗੂ ਕਰਦੀ ਹੈ ਮਸ਼ੀਨਰੀ ਫੇਲੀਅਰ ਕਰਕੇ ਸਟੇਟਸ ਦੇ ਵਿੱਚ, ਅਤੇ ਉਸ ਨੂੰ ਖਤਮ ਕਰਨ ਦੀ ਮੰਗ ਕਰਦੇ ਆ। ਸੰਵਿਧਾਨਕ ਮਸ਼ੀਨਰੀ ਖਤਮ ਹੋ ਜਾਣ ਕਾਰਨ ਇਹ ਲਗਾਉਂਦੇ ਆ ਔਰ ਰਾਜ ਦੇ ਵਿੱਚ ਕੇਂਦਰੀ ਸ਼ਾਸਨ ਲਾਗੂ ਕਰ ਦਿੰਦੇ ਆ, ਅਤੇ ਇਹ ਵੀ ਹੈ ਇੱਕ ਬਥੇਰੇ ਖੁਦ ਮੁਖਤਿਆਰੀ ਦੀ ਮੰਗ ਦਾ ਫੈਕਟਰ ਇਹਦੇ 'ਚ ਆਉਂਦਾ। ਉਸ ਤੋਂ ਬਾਅਦ ਧਰਤੀ ਦੇ ਬੇਟੇ ਦਾ ਸਿਧਾਂਤ, ਇਹ ਵੀ ਖੇਤਰਵਾਦ ਦਾ ਇੱਕ ਰੂਪ ਹੈ ਕਿ ਵੀ ਪਿੱਛੇ ਆਪਾਂ ਸੁਣਿਆ ਸੀਗਾ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚੋਂ ਕਿਸ ਤਰ੍ਹਾਂ ਯੂਪੀ ਔਰ ਬਿਹਾਰ ਦੇ ਲੋਕਾਂ ਨੂੰ ਕੱਢਿਆ ਜਾ ਰਿਹਾ ਸੀਗਾ। ਜਿਹੜੇ ਪੇਪਰ ਦੇਣ ਗਏ ਸੀ ਸਰਕਾਰੀ ਨੌਕਰੀ ਦੇ ਪੇਪਰ ਦੇਣ ਲਈ ਉਸ ਏਰੀਆ ਦੇ ਵਿੱਚ, ਉੱਥੋਂ ਵੀ ਉਹਨਾਂ ਨੂੰ ਕੱਢਿਆ ਗਿਆ ਕਿ ਵੀ ਨਹੀਂ, ਜੋ ਮਹਾਰਾਸ਼ਟਰ 'ਚ ਨੌਕਰੀ ਹੈ ਉਹ ਸਿਰਫ ਮਰਾਠੀਆਂ ਲਈ ਹੋਏਗਾ। ਇਸੇ ਤਰੀਕੇ ਨਾਲ ਅਸਾਮ ਦੇ ਵਿੱਚੋਂ ਵੀ ਬੜੇ ਹਿੰਸਕ ਝੜਪ ਹੋਏ, ਉੱਥੋਂ ਦੇ ਬਿਹਾਰ ਦੇ ਰਹਿੰਦੇ ਲੋਕਾਂ ਨੂੰ ਕੱਢਿਆ ਗਿਆ ਉੱਥੋਂ। ਅਤੇ ਇਹ ਸਾਰੇ ਫੈਕਟਰ ਹੈ ਜਿਹੜਾ ਧਰਤੀ ਦੇ ਬੇਟੇ ਦਾ ਸਿਧਾਂਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ। ਇਹ ਵੀ ਖੇਤਰਵਾਦ ਦਾ ਬਹੁਤ ਵਿਕਰਾਲ ਰੂਪ ਹੈ। ਹੁਣ ਦੇਖੋ ਇਹ ਅਲੱਗ-ਅਲੱਗ ਪਿਕਚਰ ਜੋ ਸ਼ੋਅ ਕਰਦਾ ਹੈ ਕਿ ਕਿਸ ਤਰ੍ਹਾਂ ਅਲੱਗ-ਅਲੱਗ ਡਿਮਾਂਡਾਂ ਹੈਗੀਆਂ, ਕਿਤੇ ਗੋਰਖਾ ਲੈਣ ਦੀ ਮੰਗ ਹੈ, ਕਿਤੇ ਖਾਲਿਸਤਾਨ ਦੀ ਮੰਗ ਹੈ, ਕਿਤੇ ਹੋਰ ਮੰਗ ਹੈ। ਇਸ ਤਰੀਕੇ ਨਾਲ ਇਹ ਖੇਤਰਵਾਦ ਨੂੰ ਵਧਾਵਾ ਦਿੰਦੇ ਨੇ। ਅੱਗੇ ਚੱਲਦੇ ਹਾਂ, ਖੇਤਰਵਾਦ ਦਾ ਲੋਕਤੰਤਰ 'ਤੇ ਪ੍ਰਭਾਵ। ਅਗਰ ਖੇਤਰਵਾਦ ਦੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੀ ਗੱਲ ਹੈ ਅੰਤਰਰਾਜੀ ਝਗੜੇ ਜਿਹੜੇ ਹੁੰਦੇ ਆ। ਇਹ ਝਗੜੇ ਭਾਸ਼ਾ ਨੂੰ ਲੈ ਕੇ ਵੀ ਹੋ ਸਕਦਾ ਹੈ, ਪਾਣੀ ਨੂੰ ਵੀ ਲੈ ਕੇ ਹੋ ਸਕਦਾ ਹੈ, ਅਤੇ ਇਸ ਦੇ ਨਾਲ ਫੈਸਿਲਿਟੀਜ਼ ਨੂੰ ਵੀ ਲੈ ਕੇ ਹੋ ਸਕਦਾ ਹੈ। ਅਗਰ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਲੋਕ ਹਰਿਆਣਾ ਵਿੱਚ ਰਹਿ ਕੇ ਜਿਹੜੇ ਪੰਜਾਬੀ ਬੋਲਦੇ, ਅਤੇ ਹਰਿਆਣਾ ਦੇ ਜਿਹੜੇ ਹਿੰਦੀ ਬੋਲਦੇ ਜਿਹੜੇ ਪੰਜਾਬ 'ਚ ਰਹਿ ਗਏ, ਉਹਦੀ ਲਈ ਡਿਮਾਂਡ ਉੱਠਦੀ ਰਹਿੰਦੀ ਹੈ। ਨਾਲ ਪਾਣੀ ਦੀ ਪ੍ਰੋਬਲਮ ਹੈ ਹਰਿਆਣਾ ਪੰਜਾਬ ਦੀ, ਇਹ ਵੀ ਹੈ। ਉਸ ਤੋਂ ਬਾਅਦ ਪੰਜਾਬ ਕਹਿੰਦਾ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ, ਪਰ ਹਰਿਆਣਾ ਕਹਿੰਦਾ ਕਿ ਸਾਡੇ ਹਿੱਸੇ ਦਾ ਪਾਣੀ ਦਿਓ, ਸਾਡੇ ਸ਼ੇਅਰ ਕਰੋ। ਉਸ ਤੋਂ ਬਾਅਦ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿਚਕਾਰ ਨਰਮਦਾ ਪਾਣੀ ਦੀ ਲੜਾਈ ਰਹਿੰਦੀ ਹੈ। ਕਰਨਾਟਕਾ ਅਤੇ ਤਮਿਲਨਾਡੂ ਵਿਚਕਾਰ ਕਾਵੇਰੀ ਨਦੀ ਦੇ ਪਾਣੀ ਦੀ ਵੰਡ ਦੇ ਸੰਬੰਧੀ ਵਿਵਾਦ ਚੱਲ ਰਿਹਾ ਹੈ। ਇਹ ਸਾਰੇ ਅੰਤਰਰਾਜੀ ਝਗੜੇ ਹੈਗੇ। ਉਸ ਤੋਂ ਬਾਅਦ ਅੱਗੇ ਚੱਲਦੇ ਅਗਲੇ ਪੁਆਇੰਟ 'ਤੇ ਕੇਂਦਰ ਅਤੇ ਰਾਜਾਂ ਵਿੱਚ ਝਗੜੇ। ਕੇਂਦਰ ਅਤੇ ਰਾਜਾਂ ਵਿੱਚ ਝਗੜੇ ਜਿਹੜੇ ਹੁੰਦੇ ਕਿ ਵੀ ਇਹ ਝਗੜਾ ਉਦੋਂ ਵੱਧਦਾ ਜਦੋਂ ਕੇਂਦਰ ਕਿਸੇ ਖਾਸ ਏਰੀਆ ਨੂੰ ਦੇ ਵਿਕਾਸ 'ਤੇ ਜ਼ਿਆਦਾ ਦਿਲਚਸਪੀ ਨਹੀਂ ਲੈਂਦਾ, ਅਤੇ ਉਹ ਲੋਕ ਉੱਥੇ ਜਿਹੜੇ ਰਹਿੰਦੇ ਨੇ ਉਹ ਕਹਿੰਦੇ ਕਿ ਵੀ ਸਾਡੇ ਏਰੀਆ ਦੇ ਵਿੱਚ ਡਿਵੈਲਪਮੈਂਟ ਨਹੀਂ ਹੋ ਰਹੀ ਹੈ, ਅਤੇ ਉਹ ਫਿਰ ਇੱਕ ਝਗੜੇ ਦਾ ਰੂਪ ਧਾਰਨ ਕਰ ਲੈਂਦੀ ਹੈ, ਅਤੇ ਕੇਂਦਰ ਅਤੇ ਰਾਜਾਂ ਦੇ ਰਿਸ਼ਤੇ 'ਚ ਘੜੱਤਣ ਪੈਦਾ ਹੁੰਦਾ ਹੈ, ਅਤੇ ਭਾਰਤੀ ਲੋਕਤੰਤਰ ਵਿਵਸਥਾ 'ਤੇ ਬੁਰਾ ਅਸਰ ਪਾਉਂਦਾ। ਅਗਲਾ ਖੇਤਰੀ ਦਲਾਂ ਦਾ ਨਿਰਮਾਣ। ਹੁਣ ਅਗਰ ਅੱਜ ਦੀ ਗੱਲ ਕਰੀਏ ਤਾਂ ਹਰ ਇੱਕ ਰਾਜ ਦੇ ਵਿੱਚ ਖੇਤਰੀ ਦਲ ਸਾਹਮਣੇ ਆਇਆ ਹੈ। ਇਹ ਕੋਈ ਵੀ ਇੱਦਾਂ ਦਾ ਰਾਜ ਨਹੀਂ ਜਿੱਥੇ ਕਿ ਖੇਤਰੀ ਦਲ ਕਾਇਮ ਨਹੀਂ ਹੋਇਆ, ਹਰ ਇੱਕ ਰਾਜ ਦੇ ਵਿੱਚ। ਔਰ ਜਿਹੜੇ ਖੇਤਰੀ ਦਲ ਹੁੰਦੇ ਨੇ ਉਹ ਰਾਜ ਦੇ ਹਿੱਤਾਂ ਨੂੰ ਜ਼ਿਆਦਾ ਧਿਆਨ ਦੇ ਵਿੱਚ ਰੱਖਦੇ ਹੈ, ਰਾਸ਼ਟਰ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਹੈ। ਔਰ ਕੇਂਦਰ ਸਰਕਾਰ ਦੀ ਅਗਰ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਕੇਂਦਰੀ ਜਿਹੜੀ ਪਾਰਟੀਜ਼ ਹੈ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਕਿ ਪੂਰੇ ਇੰਡੀਆ ਦੇ ਵਿੱਚ ਜਿੱਤ ਹਾਸਿਲ ਕਰ ਸਕੇ। ਇਸ ਲਈ ਇਹਨਾਂ ਖੇਤਰੀ ਦਲਾਂ 'ਤੇ ਨਿਰਭਰ ਨੇ, ਇਹਨਾਂ ਨਾਲ ਗੱਠਜੋੜ ਕਰਕੇ ਇਹ
ਕੇਂਦਰ ਦੇ ਵਿੱਚ ਸਰਕਾਰ ਬਣਾਉਂਦੇ। 11ਵੀਂ 12ਵੀਂ 13ਵੀਂ 14ਵੀਂ 15ਵੀਂ 16ਵੀਂ 17ਵੀਂ ਸਾਰੇ ਇਲੈਕਸ਼ਨਸ ਦੇਖ ਲਓ ਤੇ ਸਾਰੇ ਪਾਰਟੀਆਂ ਨੇ ਮੇਜਰ ਦੋ ਪਾਰਟੀ ਜਿਹੜੀ ਸਾਡੇ ਦੇਸ਼ ਦੇ ਵਿੱਚ ਨੈਸ਼ਨਲ ਲੈਵਲ 'ਤੇ ਹੈ ਅਗਰ ਬੀਜੇਪੀ ਔਰ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਕਈਆਂ ਨੇ ਕਾਂਗਰਸ ਨੇ 23 ਪਾਰਟੀਆਂ ਨਾਲ ਗਠਬੰਧਨ ਕੀਤਾ, ਬੀਜੇਪੀ ਨੇ ਆਲਮੋਸਟ 40 ਪਾਰਟੀਆਂ ਨਾਲ ਗਠਬੰਧਨ ਕੀਤਾ ਹੈ। ਅਤੇ ਖੇਤਰੀ ਦਲਾਂ ਦਾ ਨਿਰਮਾਣ ਹੈ। ਖੇਤਰੀ ਦਲ ਉਹ ਹੁੰਦੇ ਨੇ ਜਿਹੜੇ ਕਿ ਸਿਰਫ ਆਪਣੇ ਖੇਤਰ ਦਾ ਸੋਚਦੇ ਨੇ, ਰਾਸ਼ਟਰ ਦਾ ਨਹੀਂ ਸੋਚਦੇ। ਉਸ ਤੋਂ ਬਾਅਦ ਖੇਤਰੀ ਅੰਦੋਲਨ, ਖੇਤਰੀ ਲੈਵਲ 'ਤੇ ਅੰਦੋਲਨ ਹੁੰਦਾ ਹੈ। ਤ੍ਰਿਪੁਰਾ ਵਿੱਚ ਦੇਖ ਲਈਏ ਜਾਂ ਫਿਰ ਅਸੀਂ ਬੋਡੋ ਅੰਦੋਲਨ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ, ਇਸ ਤਰ੍ਹਾਂ ਦੀ ਖੇਤਰੀ ਅੰਦੋਲਨ। ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਨਕਸਲਾਈਟ ਅੰਦੋਲਨ ਚੱਲਦਾ ਹੈ, ਈਵਨ ਪੱਛਮੀ ਬੰਗਾਲ ਆਦਿ ਦੇ ਵਿੱਚ ਵੀ। ਅਤੇ ਉਹ ਖੇਤਰੀ ਅੰਦੋਲਨ ਖੇਤਰ ਦੇ ਵਿਕਾਸ ਦੇ ਲਈ ਅੰਦੋਲਨ ਕਰਦੇ ਨੇ। ਚੋਣਾਂ ਵਿੱਚ ਖੇਤਰਵਾਦ ਦੀ ਗੱਲ ਕਰਦੇ, ਅਗਲਾ ਪੁਆਇੰਟ ਆਪਣਾ ਚੋਣਾਂ ਵਿੱਚ ਖੇਤਰਵਾਦ ਹੈ। ਚੋਣਾਂ ਵਿੱਚ ਖੇਤਰਵਾਦ ਆਪਣੇ ਖੇਤਰ ਦੇ ਵਿਕਾਸ ਨੂੰ ਲੈ ਕੇ ਲੋਕ ਕੋਲ ਇਹ ਪਾਰਟੀਆਂ ਜਾਂਦੀਆਂ ਅਤੇ ਉਸ ਖੇਤਰ ਦੇ ਵਿਕਾਸ ਦੇ ਨਾਂ 'ਤੇ ਵੋਟ ਮੰਗਦੀਆਂ। ਅਗਲਾ ਪੁਆਇੰਟ ਹੈ ਖੇਤਰਵਾਦ ਦੇ ਨਾਂ 'ਤੇ ਸਰਕਾਰਾਂ ਦਾ ਨਿਰਮਾਣ। ਸਰਕਾਰੀ ਨਿਰਮਾਣ ਵੀ ਮਤਲਬ ਪਾਰਟੀਆਂ ਬਣਾਉਂਦੀ ਹੈ ਕਿ ਵੀ ਅਸੀਂ ਇਸ ਖੇਤਰ 'ਤੇ ਰਹਿਣ ਵਾਲੇ ਲੋਕ ਹੈ, ਸਾਡੇ ਹੀ ਇਸ ਖੇਤਰ 'ਤੇ ਹੱਕ ਬਣਦਾ ਹੈ ਅਤੇ ਉਹ ਉਸ ਖੇਤਰ ਦੇ ਵਿੱਚ ਜ਼ਿਆਦਾ ਵਿਕਾਸ ਦੇ ਨਾਂ 'ਤੇ ਸਰਕਾਰ ਬਣਾਉਣਾ ਚਾਹੁੰਦੀਆਂ। ਅੱਗੇ ਖੇਤਰੀ ਭਾਵਨਾ, ਰਾਸ਼ਟਰੀ ਭਾਵਨਾ ਦਾ ਪਤਨ। ਪੂਰੇ ਦੇਸ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖੇਤਰੀ ਭਾਵਨਾ ਦਾ ਵਿਕਾਸ ਹੋ ਰਿਹਾ। ਪੰਜਾਬ 'ਚ ਅਸੀਂ ਪੰਜਾਬੀ ਹੈਗੇ, ਬਿਹਾਰ 'ਚ ਬਿਹਾਰੀ ਹੈਗੇ, ਬੰਗਾਲ 'ਚ ਅਸੀਂ ਬੰਗਾਲੀ ਹੈਗੇ। ਹੁੰਦਾ ਕੀ ਹੈ ਕਿ ਵੀ ਅਸੀਂ ਭਾਰਤੀ ਹੈਗੇ, ਉਹ ਵਾਲੀ ਫੀਲਿੰਗ ਖਤਮ ਹੁੰਦੀ ਜਾ ਰਹੀ ਹੈ। ਅਤੇ ਇਸ ਕਰਕੇ ਜਿਹੜਾ ਇਹ ਖੇਤਰਵਾਦ ਹੈ ਇਹ ਸਾਡੇ ਲਈ ਬੜਾ ਖਤਰਨਾਕ ਹੈ। ਔਰ ਇਸ ਦੇ ਕਾਰਨ ਕੀ ਹੁੰਦਾ, ਸਿਵਲ ਅਨਰੈਸਟ ਹੁੰਦਾ ਹੈ, ਟੈਰਰਿਜ਼ਮ ਵੱਧਦੀਆਂ। ਉਸ ਤੋਂ ਬਾਅਦ ਹੁਣ ਇਹ ਦੇਖੋ, ਇਹ ਜਿਹੜਾ ਮੈਪ ਸ਼ੋਅ ਕਰਦਾ ਪਿਆ ਭਾਰਤ ਦੇ ਵਿੱਚ ਕਿਸ ਤਰੀਕੇ ਨਾਲ ਅਲੱਗ-ਅਲੱਗ ਪਾਰਟੀਆਂ ਹੈ। ਨੈਸ਼ਨਲ ਲੈਵਲ 'ਤੇ ਜਿਹੜੀ ਪਾਰਟੀ ਹੈ ਉਹ ਇਸ ਗਿਰਵੇ ਕਲਰ ਨਾਲ ਸ਼ੋਅ ਹੋ ਰਿਹਾ ਹੈ। ਨੈਸ਼ਨਲ ਪਾਰਟੀ ਅਲਾਇੰਸ ਜਿਹੜੀ ਕੀਤੀ ਹੈ ਉਹ ਆਪਣੇ ਬਲੂ ਕਲਰ ਨਾਲ, ਅਤੇ ਰੀਜਨਲ ਪਾਰਟੀ ਗ੍ਰੀਨ ਕਲਰ ਨਾਲ, ਅਤੇ ਰਾਈਜ਼ਿੰਗ ਰੀਜਨਲ ਪਾਰਟੀ ਜਿਹੜੀ ਹੈ ਉਹ ਪਿੰਕ ਕਲਰ ਨਾਲ ਸ਼ੋਅ ਹੋ ਰਿਹਾ। ਤੁਸੀਂ ਇਸ ਮੈਪ ਤੋਂ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਿਸੇ ਇੱਕ ਪਾਰਟੀ ਦਾ ਪੂਰੇ ਇੰਡੀਆ 'ਤੇ ਹੋਲਡ ਨਹੀਂ ਹੈ, ਜਿਸ ਕਰਕੇ ਔਰ ਇਹ ਰੀਜ਼ਨ ਕੀ ਹੈ, ਖੇਤਰਵਾਦ ਦਾ ਵਧਣਾ, ਖੇਤਰਵਾਦ ਦਾ ਪ੍ਰਭਾਵ ਹੈ ਇਹ ਸਾਰਾ। ਅੱਗੇ ਸਿੱਟੇ ਵਜੋਂ ਕਹਿ ਸਕਦੇ ਡਾਕਟਰ DC ਗੁਪਤਾ ਅਨੁਸਾਰ ਖੇਤਰਵਾਦ ਦਾ ਅਰਥ ਦੇਸ਼ ਦੇ ਮੁਕਾਬਲੇ ਵਿੱਚ ਕਿਸੇ ਵਿਸ਼ੇਸ਼ ਖੇਤਰ ਨਾਲ ਪਿਆਰ ਤੋਂ ਹੈ, ਪਰ ਜ਼ਰੂਰਤ ਹੈ ਕਿ ਖੇਤਰਵਾਦ ਅਤੇ ਰਾਸ਼ਟਰਵਾਦ ਵਿਚਕਾਰ ਸੰਤੁਲਨ ਕਾਇਮ ਕੀਤਾ ਜਾਏ। ਜੇ ਅਸੀਂ ਯੂਨਾਈਟਿਡ ਰਹਾਂਗੇ ਤਾਂ ਹੀ ਅਸੀਂ ਸਟੈਂਡ ਕਰ ਪਾਵਾਂਗੇ। ਅਗਰ ਲੜਦੇ ਰਹਾਂਗੇ ਤਾਂ ਕੋਈ ਵੀ ਸਾਨੂੰ ਜਿੱਤ ਲਏਗਾ। ਅਸੀਂ ਮੱਧਕਾਲ ਦੇ ਇਤਿਹਾਸ ਤੋਂ ਵੀ ਇਹ ਸਿੱਖਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਹਮਲਾਵਰ ਆਏ ਨੇ ਬਾਹਰੋਂ, ਉਹਨਾਂ ਨੇ ਸਾਨੂੰ ਜਿੱਤ ਲਿਆ ਕਿਉਂਕਿ ਅਸੀਂ ਇਕੱਠੇ ਨਹੀਂ ਸੀਗੇ, ਯੂਨਾਈਟਿਡ ਨਹੀਂ ਸੀਗੇ, ਆਪਸ 'ਚ ਲੜਦੇ ਪਏ ਸੀਗੇ। ਖੇਤਰਵਾਦ ਵੀ ਇੱਕ ਇਸ ਤਰ੍ਹਾਂ ਦਾ ਹੀ ਇਸ ਵੇਲੇ ਨਜ਼ਾਰਾ ਸਾਡੇ ਦੇਸ਼ 'ਚ ਪ੍ਰੈਜ਼ੈਂਟ ਕਰਦਾ ਹੈ। ਸਾਨੂੰ ਇੱਕ ਭਾਰਤੀ ਵਾਂਗ ਸੋਚਣਾ ਚਾਹੀਦਾ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਉਹ ਕਿ ਵੀ ਇਹ ਤਾਂ ਯੂਪੀ ਤੋਂ ਆਇਆ ਹੈ ਜੀ, ਇਹ ਤਾਂ ਸਾਊਥ ਦਾ ਰਹਿਣ ਵਾਲਾ ਹੈ ਅਤੇ ਸਾਡੇ ਏਰੀਆ 'ਚ ਕਿਉਂ ਹੈ। ਪੂਰੇ ਸੰਵਿਧਾਨਕ ਤੌਰ 'ਤੇ ਇੱਕ ਭਾਰਤ ਦਾ ਨਾਗਰਿਕ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਜਾ ਕੇ ਵਸ ਸਕਦਾ ਹੈ, ਰਹਿ ਸਕਦਾ ਹੈ, ਅਤੇ ਉਹ ਸੰਵਿਧਾਨਕ ਅਧਿਕਾਰ ਜਿਸ ਤਰ੍ਹਾਂ ਤੁਹਾਨੂੰ ਜਾਂ ਸਾਨੂੰ ਅਧਿਕਾਰ ਇਸ ਤਰੀਕੇ ਨਾਲ ਭਾਰਤ ਦੇ ਕਿਸੇ ਵੀ ਭਾਗ ਦੇ ਵਿੱਚ ਰਹਿੰਦੇ ਲੋਕਾਂ ਨੂੰ, ਕਿਸੇ ਵਰਗ ਦੇ, ਕਿਸੇ ਜਾਤ ਦੇ, ਕਿਸੇ ਧਰਮ ਦੇ ਲੋਕਾਂ ਨੂੰ, ਸਭ ਨੂੰ ਇਹ ਅਧਿਕਾਰ ਹੈ। ਅਤੇ ਉਮੀਦ ਹੈ ਕਿ ਅਸੀਂ ਖੇਤਰਵਾਦ ਦੀ ਭਾਵਨਾ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ਦੇ ਵਿੱਚ, ਰਾਸ਼ਟਰ ਹਿੱਤ ਦੇ ਵਿੱਚ ਸੋਚਾਂਗੇ ਅਤੇ ਅੱਗੇ ਜ਼ਿੰਦਗੀ ਵਿੱਚ ਵਧਾਂਗੇ ਔਰ ਆਪਣੇ ਦੇਸ਼ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਵਾਂਗੇ। ਥੈਂਕ ਯੂ। ਅਤੇ ਉਮੀਦ ਹੈ ਕਿ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ। ਅਤੇ ਬੱਚੇ, ਜਿਵੇਂ ਮੈਂ ਤੁਹਾਨੂੰ ਆਮ ਤੌਰ 'ਤੇ ਕਹਿੰਦਾ ਵਾਂ ਕਿ ਵੀ ਲੈਕਚਰ ਨੂੰ ਦੇਖੋ, ਸੁਣੋ ਅਤੇ ਇਸ ਨੂੰ ਲਿਖ ਕੇ ਦੇਖੋ। ਲਿਖ ਕੇ ਦੇਖਣਾ ਬੜਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਜਿਸ ਚੀਜ਼ ਨੂੰ ਆਪਾਂ ਲਿਖ ਕੇ ਦੇਖਦੇ ਹਾਂ ਉਸ ਨੂੰ ਆਪਾਂ ਜ਼ਿਆਦਾ ਦੇਰ ਤੱਕ ਯਾਦ ਰੱਖਦੇ ਹਾਂ ਅਤੇ ਉਸ ਨੂੰ ਰਿਕਾਲ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ। ਦੋਸਤੋ, ਇਸ ਦੇ ਨਾਲ ਨਾਲ ਇੱਕ ਹੋਰ ਗੱਲ ਕਿ ਵੀ ਇਸ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸ਼ੇਅਰ ਕਰੋ ਅਤੇ ਤਾਂ ਕਿ ਉਹ ਵੀ ਇਸ ਚੀਜ਼ ਤੋਂ ਫਾਇਦਾ ਲੈ ਸਕਣ। ਅਤੇ ਸਬਸਕ੍ਰਾਈਬ ਵੀ ਕਰੋ ਤਾਂ ਕਿ ਜਿੱਦਾਂ ਹੀ ਮੈਂ ਵੀਡੀਓ ਅਪਲੋਡ ਕਰਾਂ ਕੋਈ ਅਤੇ ਤੁਹਾਨੂੰ ਉਸ ਦੀ ਨੋਟੀਫਿਕੇਸ਼ਨ ਮਿਲ ਜਾਏ। ਅਤੇ ਸਬਸਕ੍ਰਾਈਬਰ ਵੀ ਵੱਧ ਨਹੀਂ ਰਹੇ ਅਤੇ ਇਹ ਵੀ ਤੁਹਾਡੀ ਜ਼ਿੰਮੇਵਾਰੀ ਹੈ ਕਿ ਵੀ ਜ਼ਿਆਦਾ ਤੋਂ ਜ਼ਿਆਦਾ ਬੱਚੇ ਇਸ ਨੂੰ ਪੜ੍ਹਨਗੇ ਅਤੇ ਫਾਇਦਾ ਹੋਏਗਾ। ਮੈਨੂੰ ਵੀ ਵੀਡੀਓ ਬਣਾਉਣ ਦੇ ਵਿੱਚ ਮਜ਼ਾ ਤਾਂ ਹੀ ਆਏਗਾ ਜੇ ਸਬਸਕ੍ਰਾਈਬਰ ਅਤੇ ਲਾਈਕਿੰਗਸ ਵਧਣ, ਅਤੇ ਮੈਨੂੰ ਵੀ ਪਤਾ ਲੱਗੇਗਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਹੈਗੇ, ਬੱਚੇ ਜਿਹੜੇ ਹੈਗੇ ਇਸ ਵੀਡੀਓ ਤੋਂ ਫਾਇਦਾ ਉਠਾ ਰਹੇ ਨੇ। ਅਤੇ ਮੈਂ ਐਕਚੁਅਲੀ ਪੂਰੇ ਪੰਜਾਬ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਦੀ ਇਸ ਤਰੀਕੇ ਨਾਲ ਮਦਦ ਕਰਨਾ ਚਾਹੁੰਦਾ ਵਾਂ।
थैंक यू, गॉड ब्लेस यू, टेक केयर।